ਕੰਮ ਔਖਾ ਵੀ ਹੈ ਤੇ ਸੌਖਾ ਵੀ ਹੈ, ਨਾ ਇੰਨਾ ਔਖਾ ਨਾ ਇੰਨਾ ਸੌਖਾ। ਕਰਨ ਵਾਲਾ ਹੋਣਾ ਚਾਹੀਦਾ ਬਸ। ਜੱਟਾਂ ਦੇ ਪੁੱਤ ਅੱਜ ਕੱਲ ਬਹੁਤ ਜ਼ਿਆਦਾ ਕਰਦੇ ਨੇ, ਡੰਗਰਾਂ ਦੇ ਨਾਲ ਡੰਗਰ ਹੋਣੇ ਪੈਂਦਾ। ਕੰਮ ਦੇ ਦੌਰਾਨ ਕੋਈ ਫੈਸ਼ਨ ਵਗੈਰਾ ਨਹੀਂ ਕਰ ਸਕਦੇ ਤੁਸੀਂ। ਠੀਕ ਹੈ, ਜਿਹੜੀ ਡੰਗਰਾਂ ਡੰਗਰ ਹੋਗੇ ਤੇ ਫੇਰ ਹੀ ਪੈਸੇ ਕਮਾਓਗੇ। ਫੇਰ ਹੀ ਪੈਸੇ ਕਮਾਓਗੇ, ਇੰਜ ਕੁਛ ਨਹੀਂ ਮਿਲ ਸਕਦਾ। ਜਨਾਬ ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ ਠੀਕ ਠਾਕ ਸਰ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਹੈ। ਕੀ ਨਾਂ ਹੈ ਜੀ ਤੁਹਾਡਾ? ਮੁਹੰਮਦ ਇਬਰਾਰ। ਮੁਹੰਮਦ ਇਬਰਾਰ ਸਾਹਿਬ, ਕਿਹੜਾ ਇਲਾਕਾ ਹੈ ਤੁਹਾਡਾ? ਆਪਣਾ ਸਾਡਾ ਮਸ਼ਹੂਰ ਤਰੀਨ ਇਲਾਕਾ ਸਿਆਲਕੋਟ ਸਰ। ਠੀਕ ਹੋ ਗਿਆ। ਤੇ ਕਿੰਨੇ ਡੰਗਰ ਰੱਖੇ ਦੇ? ਡੰਗਰ ਮਾਸ਼ਾਅੱਲਾ ਡਿੱਗਾ ਨੇ 25-30 ਡੰਗਰ ਸਰ। 25-30 ਡੰਗਰ ਨੇ। 25-30 ਡੰਗਰਾਂ ਦਾ ਤੁਹਾਨੂੰ ਕਿੰਨਾ ਕੁ ਡੇਲੀ ਦਾ ਦੁੱਧ ਆ ਜਾਂਦਾ? ਦੁੱਧ ਹੈ ਸਰ ਜਿਹੜਾ ਨਾ 55-60 ਕਿਲੋ ਘੱਟ ਵੱਧ। ਮਹੀਨੇ ਦੇ ਕਿੰਨੇ ਕੁ ਪੈਸੇ ਦੇ ਜਾਂਦੇ ਨੇ ਡੰਗਰ? ਡੰਗਰ ਤਕਰੀਬਨ ਜਿਹੜਾ ਨਾ 1,35,40 ਹਜ਼ਾਰ ਰੁਪਇਆ ਹੋ ਜਾਂਦਾ, ਵਿੱਚ ਡੰਗਰਾਂ ਦਾ ਖਰਚਾ ਕੱਢ ਕੇ ਤਕਰੀਬਨ 60-70 ਹਜ਼ਾਰ ਰੁਪਏ ਸਾਨੂੰ ਵੀ ਬਚ ਜਾਂਦਾ। ਤੇ ਮੁਲਾਜ਼ਮ ਕਿੰਨੇ ਰੱਖੇ ਜੇ? ਮੁਲਾਜ਼ਮ ਮਾਸ਼ਾਅੱਲਾ 2 ਰੱਖੇ ਨੇ ਜਿਹੜਾ ਨਾ, ਇੱਕ ਸਵੇਰ ਟਾਈਮ ਪੱਠੇ ਪਾਉਂਦਾ, ਇੱਕ ਸ਼ਾਮ ਨੂੰ। ਅੱਛਾ, ਉਹਨਾਂ ਦੇ ਕੰਮ ਵੰਡੇ ਨੇ? ਹਾਂਜੀ, ਉਹਨਾਂ ਦੇ ਕੰਮ ਵੰਡੇ ਨੇ ਜਿਹੜਾ ਨਾ। ਤੇ ਇਹ ਜਗ੍ਹਾ ਕਿੰਨੀ ਹੈ ਟੋਟਲ ਜਿਹਦੇ ਵਿੱਚ ਡੰਗਰ ਅਸੀਂ ਬੰਨੇ ਨੇ? ਡੰਗਰ ਪਹਿਲੀ ਗਿਆ ਆਪਣੀ ਕੇ ਵੈਸੇ, ਤੇ ਡੰਗਰਾਂ ਲਈ 2-3 ਕਨਾਲਾ ਜਿਹੜਾ ਲੈਦਾ ਕਰ ਦਿੱਤੀ ਦੀ ਹੈ। ਠੀਕ ਹੋ ਗਿਆ। ਤੇ ਪੂਲ ਵੀ ਤੁਸੀਂ ਬਣਾਇਆ, ਉਹ ਤੇ ਕਿੰਨਾ ਦਾ ਖਰਚਾ ਆਇਆ? ਪੂਲ ਤੇ ਤਕਰੀਬਨ ਜਿਹੜਾ 15,000 ਰੁਪਏ ਖਰਚਾ ਆਇਆ ਸੀ ਉਸ ਟਾਈਮ। ਹੁਣ ਤੇ ਅੱਜ ਦੇ ਦੌਰ 'ਚ ਜ਼ਿਆਦਾ ਹੋ ਜਾਂਦਾ। ਯਾਨੀ ਇਹ ਵਾਵਾ ਦੇਰ ਦਾ ਬਣਿਆ? ਹਾਂਜੀ, ਇਹ ਬਹੁਤ ਪਹਿਲੇ ਦਾ ਬਣਾਇਆ ਜਿਹੜਾ। ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਜਿਹੜੇ ਲੋਕ ਆਂਦੇ ਨੇ ਕਿ ਇਹ ਕੰਮ ਬੜਾ ਔਖਾ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕੰਮ ਔਖਾ ਵੀ ਹੈ ਤੇ ਸੌਖਾ ਵੀ ਹੈ, ਨਾ ਇੰਨਾ ਔਖਾ ਨਾ ਇੰਨਾ ਸੌਖਾ। ਕਰਨ ਵਾਲਾ ਹੋਣਾ ਚਾਹੀਦਾ ਬਸ। ਜੱਟਾਂ ਦੇ ਪੁੱਤ ਅੱਜ ਕੱਲ ਬਹੁਤ ਜ਼ਿਆਦਾ ਕਰਦੇ ਨੇ ਕੰਮ। ਸਹੀ ਹੈ। ਤੇ ਜਿਹੜੇ ਲੋਕ ਆਂਦੇ ਨੇ ਜੀ ਇਹ ਕੰਮ ਦੇ ਨਾਲ ਸਾਨੂੰ ਭਰਨਾ ਵੀ ਪੈਂਦਾ, ਆਪਣਾ ਆਪ ਗੋਹੇ ਨਾਲ ਵੀ ਭਰਨਾ ਪੈਂਦਾ, ਉਹਨਾਂ ਨੂੰ ਕੀ ਕਹੋਗੇ? ਇਹ ਤੇ ਗੱਲ ਸਹੀ ਯਾਰਾਂ ਦੀ, ਜਿਹੜਾ ਨੇ ਡੰਗਰਾਂ ਦੇ ਨਾਲ ਡੰਗਰ ਹੋਣੇ ਪੈਂਦਾ। ਕੰਮ ਦੇ ਦੌਰਾਨ ਕੋਈ ਫੈਸ਼ਨ ਵਗੈਰਾ ਨਹੀਂ ਕਰ ਸਕਦੇ ਤੁਸੀਂ। ਠੀਕ ਹੈ, ਜਿਹੜੀ ਡੰਗਰਾਂ ਨਾਲ ਡੰਗਰ ਹੋਵੋਗੇ ਤੇ ਫੇਰ ਹੀ ਪੈਸੇ ਕਮਾਓਗੇ। ਫੇਰ ਹੀ ਪੈਸੇ ਕਮਾਓਗੇ, ਇੰਜ ਕੁਛ ਨਹੀਂ ਮਿਲ ਸਕਦਾ ਤੁਹਾਨੂੰ। ਤੇ ਦੁੱਧ ਦਾ ਕੀ ਕਰਦੇ ਹੋ? ਇੱਥੇ ਵੇਚਦੇ ਹੋ ਜਾਂ ਸ਼ਹਿਰ ਜਾ ਕੇ ਵੇਚਦੇ ਹੋ? ਦੁੱਧ ਸ਼ਹਿਰ ਵੀ ਜਾਈਦਾ, ਪਿੰਡਾਂ 'ਚ ਵੀ ਦੇਈਦਾ, ਫਿਰ ਤੁਰ ਕੇ ਜਿੱਥੇ ਘਰਾਂ 'ਚ ਲਾਇਆ ਦੁੱਧ। ਠੀਕ ਹੈ, ਯਾਨੀ ਜਿੱਥੇ ਤੁਹਾਡਾ ਦੁੱਧ ਮਤਲਬ ਜਿਹੜੀ ਡਿਮਾਂਡ ਹੋਏ ਉਹਦੇ ਮੁਤਾਬਕ? ਹਾਂਜੀ, ਉਸ ਮੁਤਾਬਕ ਅਸੀਂ ਜਿਹੜਾ ਸੇਲ ਕਰ ਦਿੰਦੇ ਆ। ਠੀਕ ਹੋ ਗਿਆ। ਤੇ ਇਸ ਤੁਹਾਡੇ ਡੇਰੇ ਵਿੱਚ ਪੱਕੀ ਜਗ੍ਹਾ ਤੁਸੀਂ ਕਿੰਨੀ ਰੱਖੀ ਹੈ ਜਾਨਵਰ ਵਾਸਤੇ, ਤੇ ਕੱਚੀ ਕਿੰਨੀ ਰੱਖੀ ਹੈ? ਪੱਕੀ ਜਿਹੜਾ ਨਾ ਜਦੋਂ ਪੱਠੇ ਪੁੱਠੇ ਖਾ ਲੈਣ ਉਹ ਸਾਈਡ ਤੇ ਬੰਨਣ ਲਈ ਤਕਰੀਬਨ 15 ਕੁ ਮਰਲੇ ਜਿਹੜਾ ਜਗ੍ਹਾ ਹੀ ਰੱਖੀ ਹੈ। ਅੱਛਾ, ਉੱਥੇ ਡੰਗਰ ਬੰਨ ਦੇਦਾ ਜਦੋਂ ਪੱਠੇ ਪੁੱਠੇ ਖਾ ਲੈਣ। ਇਸ ਤਰ੍ਹਾਂ ਨੇ ਇਹਦੇ ਖੁਰਲੀਆਂ ਦੇ ਕੱਚੀ ਜਗ੍ਹਾ ਤੇ। ਤੁਹਾਡੇ ਡੇਰੇ ਤੇ ਵਿੱਚ ਕੁਝ ਮੱਝਾਂ ਨੇ, ਕੁਝ ਗਾਈਆਂ ਨੇ, ਤੇ ਮਿਕਸ ਕਿਉਂ ਰੱਖੇ ਨੇ? ਮਿਕਸ ਇਹ ਹੀ ਹੈ ਕਿ ਜਿਹੜਾ ਨਾ ਫਿਰ ਜਿਸ ਤਰ੍ਹਾਂ ਲੋਕਾਂ ਦੀ ਡਿਮਾਂਡ ਹੁੰਦੀ ਹੈ ਜੀ, ਗਾਈਆਂ ਦਾ ਦੁੱਧ ਵੀ ਚਾਹੀਦਾ, ਮੱਝਾਂ ਦਾ ਵੀ ਚਾਹੀਦਾ, ਫਿਰ ਉਸ ਹਿਸਾਬ ਨਾਲ ਹੀ ਜਿਹੜਾ ਨਾ ਮੱਝਾਂ ਵੀ ਰੱਖੀਆਂ ਨੇ, ਗਾਈਆਂ ਵੀ ਰੱਖੀਆਂ ਨੇ। ਤੇ ਲੋਕ ਕਹਿੰਦੇ ਨੇ ਕਿ ਜਿਹੜਾ ਗਾਈਆਂ ਦਾ ਦੁੱਧ ਉਹ ਨਹੀਂ ਵਿਕਦਾ। ਨਹੀਂ, ਬੱਚੇ ਜ਼ਿਆਦਾਤਰ ਜਿਹੜਾ ਨਾ ਗਾਈਆਂ ਦਾ ਦੁੱਧ ਹਲਕਾ ਹੁੰਦਾ, ਉਹ ਬੱਚੇ ਜ਼ਿਆਦਾ ਪੀਂਦੇ ਨੇ। ਫਿਰ ਘਰਾਂ 'ਚ ਮਾਵਾਂ ਕਹਿੰਦੀਆਂ ਨੇ ਜੀ ਬੱਚਿਆਂ ਨੂੰ ਦੁੱਧ ਪਿਲਾਉਣਾ ਹੁੰਦਾ, ਗਾਈ ਦਾ ਵੀ ਚਾਹੀਦਾ। ਬਿਲਕੁਲ, ਇਹ ਗੱਲ ਤਾਂ ਬਿਲਕੁਲ 100% ਸਹੀ ਕੀਤੀ ਹੈ ਕਿ ਜਿਹੜੇ ਸਮਝਦਾਰ ਲੋਕ ਨੇ ਉਹ ਕਹਿੰਦੇ ਨੇ ਕਿ ਗਾਈਆਂ ਦਾ ਦੁੱਧ ਹੀ ਬੱਚਿਆਂ ਨੂੰ ਪਿਲਾਓ, ਕਿਉਂਕਿ ਇਹ ਸਮਝਦਾਰ ਦੁੱਧ ਕਹਿਲਾਇਆ ਜਾਂਦਾ। ਤੇ ਮਿਕਸ ਕਰਕੇ ਵੀ ਵੇਚ ਲੈਂਦੇ ਜਿਹੜਾ ਸ਼ਹਿਰ 'ਚ ਜਾਂਦਾ ਜਾਂ ਦੁੱਧ ਹੀ ਖੜਦਾ? ਉਹ ਅੱਗੋਂ ਅਸੀਂ ਜਿਹੜਾ ਘਰਾਂ 'ਚ ਵੈਸੇ ਖਾਲਸ ਹੀ ਦਿੰਦੇ ਆ। ਉਹ ਦੁੱਧ ਦੇ ਹਿਸਾਬ ਨਾਲ ਮਿਕਸ ਵੀ ਕਰ ਲਓ ਨਾ ਕਰੋ, ਉਹ ਆਪਣੇ ਤੇ ਡਿਪੈਂਡ ਕਰਦਾ ਜਿਹੜਾ। ਠੀਕ ਹੈ, ਤੇ ਜਿਹੜਾ ਦੁੱਧ ਹੀ ਖੜਨਾ ਉਹਦੀ ਮਰਜ਼ੀ ਹੈ? ਉਹਦੀ ਮਰਜ਼ੀ ਹੈ ਜੀ। ਸਹੀ ਹੋ ਗਿਆ। ਅੱਛਾ, ਇਹ ਦੱਸੋ ਕਿ ਜਿਹੜੇ ਛੋਟੇ ਜਾ ਰਹੇ ਤੁਹਾਡੇ, ਉਹਨਾਂ ਦੀ ਤਾਦਾਦ ਕਿੰਨੀ ਹੈ? ਤਾਦਾਦ ਉਹਨਾਂ ਦੀ ਹੈ ਤਕਰੀਬਨ 15 ਨੇ। ਤੇ ਉਹ ਕਿਸ ਤਰ੍ਹਾਂ ਉਹਨਾਂ ਦੀ ਤੁਸੀਂ ਸੇਵਾ ਕਰਦੇ ਹੋ, ਕਿਸ ਤਰ੍ਹਾਂ ਬਚਾਉਂਦੇ ਹੋ ਉਹਨਾਂ ਨੂੰ? ਸੇਵਾਦਾਰਾਂ ਨੂੰ ਜੀ ਸਿਆਲ 'ਚ ਬਹੁਤ ਜ਼ਿਆਦਾ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ। ਦੇਖਭਾਲ ਨਾ ਕਰੋਗੇ ਤੇ ਉਹ ਮਰ ਜਾਣਗੇ। ਇਹਦੇ 'ਚ ਤੁਹਾਡਾ ਨੁਕਸਾਨ ਹੈ। ਦੇਖਭਾਲ ਤੋਂ ਕੀ ਮੁਰਾਦ ਹੈ? ਦੇਖਭਾਲ ਤੋਂ ਜੀ ਉਹਨਾਂ ਨੂੰ ਟਾਈਮ ਨਾਲ ਸਰਦੀ ਤੋਂ ਬਚਾਉਣਾ, ਅੰਦਰ ਬੰਨਣਾ, ਉਹਨਾਂ ਨੂੰ ਗਰਮ ਜਗ੍ਹਾ ਤੇ ਠੰਡ ਨਹੀਂ ਲੱਗਣ ਦੇਣੀ, ਉਹਨਾਂ ਨੂੰ ਦੁੱਧ ਚੰਗਾ ਛੱਡਣਾ। ਨਹੀਂ ਤੇ ਘੱਟ ਦੁੱਧ ਛੱਡੋਗੇ ਤੇ ਜਿਹੜਾ ਨਾ ਮਰ ਜਾਣਗੇ, ਕਮਜ਼ੋਰ ਹੋ ਜਾਣਗੇ। ਠੀਕ ਹੈ, ਤੇ ਦੁੱਧ ਉਹਨਾਂ ਵਾਸਤੇ ਕਿੰਨੇ ਥਣ ਛੱਡਦੇ ਹੋ? 1.5 ਛੱਡਰੀ ਦਾ, 2 ਛੱਡਰੀ ਦਾ, ਜਿਸ ਹਿਸਾਬ ਨਾਲ ਜਿਹੜਾ ਨਾ ਉਹਨਾਂ ਦੀ ਹੋਏ ਸਿਹਤ ਵਗੈਰਾ। ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਜਿਹੜੇ ਤੇ ਇਹਨਾਂ ਦੀ ਡੀਵਰਮਿੰਗ ਤੁਸੀਂ ਕਦੋਂ ਕੁ ਕਰਦੇ ਹੋ? ਉਹ ਫਿਰ ਉਹਨਾਂ ਦੀ ਸਿਹਤ ਵੇਖ ਲਈਦਾ, ਜਿਹੜਾ ਨਾ ਅਗਰ ਜਾਨਵਰ ਥੱਲੋਂ ਕੋ ਮਿੱਟੀ ਛਿੱਟੀ ਖਾਣ ਜਾਂ ਕੱਪੜੇ ਵਗੈਰਾ ਖਾਣ ਤੇ ਉਹਨਾਂ ਨੂੰ ਦਵਾਈ ਦੇ ਦਿੱਤਾ, ਨੀਲ ਜੈਨ ਦਵਾਈ, ਕੀੜੇ ਮਾਰੋ, ਜਲਦੀ ਉਹਨਾਂ ਦਾ ਪੇਟ ਸਾਫ਼ ਹੋ ਜਾਂਦੇ ਨੇ, ਸਿਹਤਮੰਦ ਹੋ ਜਾਂਦੇ ਨੇ ਫਿਰ ਉਹਦੀ ਵਜ੍ਹਾ ਤੋਂ। ਠੀਕ ਹੋ ਗਿਆ। ਤੇ ਉਂਝ ਤੇ ਇਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ, ਅਗਰ ਵਾਹ ਸ਼ਾਹ ਲੱਗ ਜਾਣਾ ਉਹਨਾਂ ਨੂੰ, ਜਿਸ ਤਰ੍ਹਾਂ ਪਾਰਟੀਆਂ ਹੁੰਦੀਆਂ ਨੇ ਜਾਂ ਹੋਰ ਕੋਈ ਮਸਲਾ ਬਣ ਜਾਏ, ਤੇ ਉਹਦਾ ਫਿਰ ਕੀ ਕਰਦੇ ਹੋ? ਉਹ ਫਿਰ ਡਾਕਟਰ ਰੱਖਿਆ ਸੀ ਪਰਸਨਲ, ਜਿਹੜਾ ਨੂੰ ਆ ਕੇ ਦਵਾਈ ਵਗੈਰਾ ਦੇ ਦਿੰਦਾ, ਜੋ ਵੀ ਸਿਸਟਮ ਕਰਨਾ ਹੋਏ ਉਹ ਕਰ ਦਿੰਦੇ ਨੇ ਹੈਂਡਲ। ਉਂਝ ਜਿਹੜੇ ਜਾਨਵਰ ਨੇ ਉਹਨਾਂ ਦੀ ਦਵਾਈ ਸ਼ਵਾਈ ਕਿੱਥੋਂ ਲੈਂਦੇ ਹੋ? ਉਂਝ ਵੀ ਅਸੀਂ ਡਾਕਟਰ ਹੀ ਰੱਖਿਆ, ਜਿਹੜਾ ਨਾ ਸ਼ਹਿਰੋਂ ਡਾਕਟਰ ਆਉਂਦਾ ਆ, ਪਰ ਚੈੱਕ ਕਰਦਾ ਆ ਕੇ ਡੰਗਰ। ਜਦੋਂ ਕੋ ਲੱਗੇ ਸਾਨੂੰ ਕਿ ਡੰਗਰ ਨਹੀਂ ਠੀਕ, ਪੱਠੇ ਨਹੀਂ ਸਹੀ ਖਾ ਰਿਹਾ, ਤਾਂ ਡਾਕਟਰ ਨੂੰ ਫੋਨ ਕਰ ਲਈ ਤਾਂ ਆ ਜਾਂਦਾ ਫਿਰ। ਤੇ ਦੇਸੀ ਇਲਾਜ ਤਾਂ ਨਹੀਂ ਕਰਦੇ? ਦੇਸੀ ਇਲਾਜ ਕਰਦੇ ਹਨ ਵੱਡੇ ਸਾਡੇ, ਸਾਨੂੰ ਤਾਂ ਹੁਣ ਇਹਨਾਂ ਜਿਹੜਾ ਨਾ ਇਹਦੇ ਬਾਰੇ 'ਚ ਇਨਫੋਰਮੇਸ਼ਨ ਨੇ, ਹੁਣ ਡਾਕਟਰ ਹੀ ਰੱਖੇ ਨੇ। ਠੀਕ ਹੋ ਗਿਆ।